ਵਾਹਿਗੁਰੂ 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 ਵਾਹਿਗੁਰੂ। ਸ੍ਰੀ ਵਾਹਿਗੁਰੂ ਸਾਹਿਬ ਜੀ। ਸੋਰਠ ਮਹੱਲਾ ਨਾਵਾ। ਮਨ ਰੇ ਪ੍ਰਭ ਕੀ ਸਰਨ ਵਿਚਾਰੋ, ਜਿਹ ਸਿਮਰਤ ਗਨਕਾਸੀ ਉਦਰੀ, ਤਾਕੋ ਜਸ ਉਰ ਧਾਰੋ। ਮਨ ਰੇ ਪ੍ਰਭ ਕੀ ਸਰਨ ਵਿਚਾਰੋ, ਜਿਹ ਸਿਮਰਤ ਗਨਕਾਸੀ ਉਦਰੀ, ਤਾਕੋ ਜਸ ਉਰ ਧਾਰੋ। ਰਹਾਉ ਅਟਲ ਭਇਓ ਧਰੂਵ ਜਾ ਕੈ ਸਿਮਰਨਾ, ਅਰ ਨਿਰਭੈ ਪਦ ਪਾਇਆ। ਦੁਖ ਹਰਤਾ ਇਹ ਬਿਦ ਕੋ ਸੁਆਮੀ, ਤੈ ਕਾਹੀ ਬਿਸਰਾਇਆ। ਜਬ ਹੀ ਸਰਨ ਗਹੀ ਕਿਰਪਾ ਨਿਦ, ਗਜ ਗਰਾਹ ਤੇ ਛੂਟਾ। ਮਹਿਮਾ ਨਾਮ ਕਹਾ ਲਓ ਬਰਨੋ, ਰਾਮ ਕਹਿਤ ਬੰਧਨ ਤੇ ਟੂਟਾ। ਅਜਾਮਲ ਪਾਪੀ ਜਗ ਜਾਣੇ, ਨਿਮਖ ਮਾਹੀ ਨਿਸਤਾਰਾ। ਨਾਨਕ ਕਹਿਤ ਚੇਤ ਚਿੰਤਾ ਮਾਨਾ, ਤਾ ਪੀ ਉਤਰਹਿ ਪਾਰਾ। ਅਜਾਮਲ ਪਾਪੀ ਜਗ ਜਾਣੇ, ਨਿਮਖ ਮਾਹੀ ਨਿਸਤਾਰਾ। ਨਾਨਕ ਕਹਿਤ ਚੇਤ ਚਿੰਤਾ ਮਾਨਾ, ਤੈ ਭੀ ਉਤਰਹਿ ਪਾਰਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨ ਆਵਰ ਸਾਹਿਬੇ ਕਮਾਲ, बारगाहे इनायत के मालक, कलयुगी जीवों के उद्धार करता, साहिबे सहाबा जोत रूप हार आप, महिमा दे मालक तन 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 गुरु पिता श्री गुरुदेव गुरु ग्रंथ साहिब जी दे महान बरकतमयी इनायतमयी श्री चरण कमलों च विराजमान गुरु प्यारी साध संगत, गुरुदेव जी की महान इनायत का सदका साडे सारियां दे सिर ते मेहरमतमयी रखे हथ का सदका जीवन विच फिर तो एक दफ़ा जो जीवन का नवें जन्म जैसा दिन प्राप्त होया, इस दी शुरुआत करन दा बल भी साहिब जी ने अनंत ब्रह्मंडां विच सब तो वड्डा रूहानीयत दा मरकज़ सांझीवालता दा समाजिक इकसारता दा संगठनात्मक शक्ति दा मरकज़
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਪ੍ਰਦਾਨ ਕੀਤਾ ਹੈ। ਜੀਵਨ ਵਿੱਚ ਫਿਰ ਤੋਂ ਇਹ ਬੰਦੀ ਛੋੜ ਦਿਵਸ ਮਨਾਉਣ ਵਾਸਤੇ ਗੁਰੂ ਰਾਮਦਾਸ ਮਹਾਰਾਜ ਜੀ ਦੀ ਚਰਨ ਧੂੜ ਪ੍ਰਾਪਤ ਹੋਈ ਹੈ। ਸਰਬੱਤਰ ਆਸਾ ਪੂਰਨ ਕਰਨਹਾਰ ਸ੍ਰੀ ਆਸਾ ਕੀ ਵਾਰ ਦੇ ਕੀਰਤਨ ਆਪਨੇ ਪ੍ਰੇਮ ਸਹਿਤ ਸਰਵਣ ਕੀਤੇ ਹਨ। ਫਿਰ ਸਾਹਿਬ ਜੀ ਦੇ ਦਰ ਤੋਂ ਪ੍ਰਾਪਤ ਹੋਏ ਸਦਾਏ ਬਾਰਗਾ ਪਾਵਨ ਹੁਕਮਨਾਮਿਆਂ ਦਾ ਪਾਠ ਪ੍ਰੇਮ ਸਹਿਤ ਸਰਵਣ ਕੀਤਾ ਹੈ। ਕੁਝ ਸਮਾਂ ਹੋਰ ਇਹਨਾਂ ਅੰਮ੍ਰਿਤ ਬਚਨਾਂ ਦੀ ਵਿਚਾਰ ਰਾਹੀਂ ਮਨ ਗੁਰੂ ਚਰਨਾਂ ਨਾਲ ਜੁੜ ਸਕੇ, ਇਕਾਗਰਤਾ ਅਦਬ ਤੇ ਆਨੰਦ ਦੀ ਦਾਤ ਝੋਲੀ 'ਚ ਪੈ ਸਕੇ। ਇਸ ਲਈ ਜਿਤਨੇ ਮਾਤਾ ਭਰਾਤਾ ਹਾਜ਼ਰੀਨ ਹਾਜ਼ਰੀ ਭਰ ਰਹੇ ਹੋ, ਪੇਸ਼ਤਰ ਦੋਹਾਂ ਹੱਥਾਂ ਨੂੰ ਹਿਰਦੇ ਦੇ ਸਾਹਮਣੇ ਜੋੜਦਿਆਂ ਐਸਾ ਗਹਿਰਾਈ ਤੋਂ ਮਹਿਸੂਸ ਕਰੀਏ ਕਿ ਸਾਡਾ ਸੀਸ ਗੁਰੂ ਰਾਮਦਾਸ ਮਹਾਰਾਜ ਜੀ ਦੇ ਚਰਨ ਕਮਲਾਂ ਤੇ ਟਿਕਿਆ ਹੈ ਤੇ ਸਾਹਿਬ ਜੀਆਂ ਨੇ ਮਿਹਰ ਭਰਿਆ ਹੱਥ ਸਾਡੇ ਸਿਰ ਤੇ ਰੱਖਿਆ ਹੋਇਆ। ਗੁਰੂਦੇਵ ਜੀ ਦੇ ਸ਼ਬਦ ਰੂਪੀ ਕਦਮਾਂ ਨੂੰ ਗਲਵੱਕੜੀ ਕਰਦਿਆਂ ਚਰਨ ਚੁੰਮਦਿਆਂ ਹੋਇਆਂ ਗੁਰੂ ਕੀ ਅੰਮ੍ਰਿਤ ਫਤਿਹ ਦੁਆਰਾ ਸਾਂਝ ਬਣਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਦੇ ਮਹਾਬੋਲ ਧੰਨ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਤਿਲਕ ਜੰਝੂ ਕੇ ਰਾਖੇ ਮਹਾਨ ਪਵਿੱਤਰ ਬਚਨਾਂ ਨਾਲ ਨਿਵਾਜਦਿਆਂ ਹੋਇਆਂ ਸਾਡੇ ਸੰਸਾਰਕ ਜੀਵਾਂ ਦੀ ਮਾਮੂਲੀ ਝੋਲੀ ਨੂੰ ਆਪ ਜੀ ਨੇ ਅਨਮੋਲ ਰਤਨਾਂ ਨਾਲ ਭਰਨ ਦਾ ਯਤਨ ਕੀਤਾ ਹੈ। ਅੱਜ ਦੇ ਬਚਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਮੁਬਾਰਕ ਪਵਿੱਤਰ 632 ਨੰਬਰ ਪਾਵਨ ਅੰਗ ਤੇ ਸੁਭਾਏਮਾਨ ਹਨ ਤੇ ਸਾਹਿਬੇ ਕਮਾਲ ਕੁਰਬਾਨੀ ਦੇ ਪੁੰਜ ਧਰਮ ਰਕਸ਼ਕ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਇਹਨਾਂ ਪਾਵਨ ਸ਼ਬਦਾਂ ਵਿੱਚ ਇਹ ਪਾਵਨ ਚੌਥਾ ਸ਼ਬਦ ਹੈ ਇਸ ਲੜੀ ਦਾ, ਜਿਸ ਵਿੱਚ ਮਹਾਰਾਜ ਜੀ ਨੇ 4 ਉਦਾਹਰਣਾਂ ਦਿੰਦਿਆਂ ਹੋਇਆਂ ਮੂਲ ਵਿਚਾਰ ਸਮਝਾਉਣ ਦਾ ਪਰਉਪਕਾਰ ਕੀਤਾ ਹੈ। ਪ੍ਰਾਰੰਭਕ ਬੋਲਾਂ 'ਚ ਆਪ ਫਰਮਾਨ ਕਰਦੇ ਨੇ, ਮਨ ਰੇ ਪ੍ਰਭ ਕੀ ਸ਼ਰਨ ਵਿਚਾਰੋ। ਆਪਣੇ ਮਨ ਤੋਂ ਮੁਖਾਤਬ ਹੁੰਦਿਆਂ ਹੋਇਆਂ ਕਹਿੰਦੇ ਨੇ, ਐ ਮੇਰੇ ਮਨ ਪਰਮਾਤਮਾ ਦੀ ਚਰਨ ਸ਼ਰਨ ਦਾ ਵਿਚਾਰ ਕਰ, ਭਾਵ ਨਾਮ ਨਾਲ ਜੁੜ ਜਾ। ਹੋਰ ਕੋਈ ਵਿਚਾਰ ਦਾ ਲਾਭ ਨਹੀਂ ਹੈ ਜ਼ਿੰਦਗੀ 'ਚ। ਇੱਕੋ ਹੀ ਲਾਭ ਹੋ ਸਕਦਾ ਹੈ ਕਿ ਮਨੁੱਖ ਸੰਸਾਰਿਕ ਵਾਸਨਾਵਾਂ ਤੋਂ ਬਚਦਾ ਹੋਇਆ ਆਪਣਾ ਬਚਾਓ ਕਰਨ ਵਾਸਤੇ ਪਾਰ ਬ੍ਰਹਮ ਪਰਮੇਸ਼ਵਰ ਦੇ ਨਾਮ ਨਾਲ ਜੁੜ ਜਾਏ। ਬੜੀ ਗਹਿਰਾਈ ਨਾਲ ਸੁਦ੍ਰਿੜਤਾ ਨਾਲ ਮਹਾਰਾਜ ਉਦਾਹਰਣਾਂ ਦਿੰਦੇ ਨੇ ਕਿ ਨਾਮ ਜਪਣ ਨਾਲ
ਬਹੁਤ ਅਧੋਗਤੀ ਵਿੱਚ ਜਿਨ੍ਹਾਂ ਦਾ ਜੀਵਨ ਪਹੁੰਚਿਆ ਹੋਇਆ ਸੀ, ਉਹਨਾਂ ਦਾ ਵੀ ਕਲਿਆਣ ਹੋ ਗਿਆ, ਤੇ ਕਲਿਆਣ ਹੀ ਨਾ ਹੋਇਆ ਪੂਜਣ ਯੋਗ ਹੋ ਗਏ, ਪ੍ਰੇਰਨਾ ਸਰੋਤ ਬਣ ਗਏ। ਉਹਨਾਂ ਦਾ ਉਦਾਹਰਣ, ਉਹਨਾਂ ਦੀ ਜੀਵਨ ਚਰਚਾ, ਉਹਨਾਂ ਦੀਆਂ ਯਾਦਾਂ ਦੇ ਬੋਲ ਮਨੁੱਖ ਨੂੰ ਨਾਮ ਨਾਲ ਜੋੜਨ ਦਾ ਵਸੀਲਾ ਬਣ ਗਏ। ਇਹ ਬੋਲ ਮੈਂ ਆਪ ਜੀ ਦੇ ਨਜ਼ਰ ਕਰਾਂ ਪੇਸ਼ਤਰ। ਇੱਕ ਦਫਾ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਚਰਨ ਚੁੰਮਦਿਆਂ ਹੋਇਆਂ, ਮਹਾਰਾਜ ਜੀਆਂ ਦੀ ਅਸੀਸ ਪ੍ਰਾਪਤ ਕਰਦਿਆਂ ਸਾਰੇ ਆਖੋ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ। ਇੱਕ ਵਾਰੀ ਫਿਰ ਸਾਰੇ ਗੱਜ ਕੇ ਆਖੋ ਜੀ, ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ। ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਇੱਕ ਬਚਨ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਜੋ ਯਾਦ ਕਰਦਾ ਹੈ, ਉਹਨਾਂ ਦੀ ਝੋਲੀ ਵਿੱਚ ਕਿਤਨੀਆਂ ਬਰਕਤਾਂ ਪੈ ਜਾਂਦੀਆਂ ਨੇ, ਆਪ ਨੇ ਫਰਮਾਨ ਕੀਤਾ ਹੈ। ਕਹਿੰਦੇ ਨੇ, ਤੇਗ ਬਹਾਦਰ ਸਿਮਰਿਆ ਘਰ ਨੌ ਨਿਧ ਆਵੇਂ ਤਾਏ। ਜਦੋਂ ਵੀ ਕੋਈ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਯਾਦ ਕਰਦਾ ਹੈ ਤੇ 9 ਨਿਧੀਆਂ ਤੇ 18 ਸਿੱਧੀਆਂ ਦੌੜ ਕੇ ਤੀਬਰ ਗਤੀ ਨਾਲ ਉਹਦੇ ਘਰ ਵਿੱਚ ਆ ਜਾਂਦੀਆਂ ਨੇ, ਉਹਦੇ ਜੀਵਨ 'ਚ ਆ ਜਾਂਦੀਆਂ। ਭਾਵ ਸਾਰੇ ਸੁੱਖ, ਸਾਰੀਆਂ ਬਰਕਤਾਂ, ਮਾਣ ਸਨਮਾਨ, ਗਿਆਨ ਵਿਗਿਆਨ ਦੀ ਪ੍ਰਾਪਤੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਨਾਮ ਲੈਣ ਨਾਲ ਹੋ ਜਾਂਦੀ ਹੈ। ਇਸ ਲਈ ਇੱਕ ਵਾਰੀ ਫਿਰ ਸਾਰੇ ਗੱਜ ਕੇ ਆਖੋ ਜੀ, ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ। ਬੜੇ ਮਹਿਮਾਮਈ ਬੋਲ ਨੇ ਆਪ ਜੀ ਦੇ। ਮਨ ਰੇ ਪ੍ਰਭ ਕੀ ਸ਼ਰਨ ਵਿਚਾਰੋ, ਜੇ ਸਿਮਰਤ ਗਨਕਾ ਸੀ ਉਧਰੀ, ਤਾਕੋ ਜਸ ਉਰ ਧਾਰੋ। ਇਹ ਮਰਕਜ਼ੀ ਪੰਕਤੀਆਂ ਨੇ, ਰਹਾਉ ਵਾਲੀਆਂ ਪੰਕਤੀਆਂ। ਇਸ ਪਾਵਨ ਬਚਨ ਦੀਆਂ ਪ੍ਰਾਰੰਭਕ ਪੰਕਤੀਆਂ ਵੀ ਨੇ, ਔਰ ਇਸ ਸਾਰੇ ਬਚਨ ਦੀਆਂ ਮਰਕਜ਼ੀ ਭਾਵ ਰੱਖਣ ਵਾਲੀਆਂ ਪੰਕਤੀਆਂ ਵੀ। ਕਹਿੰਦੇ ਨੇ, ਜਿਸ ਦਾ ਸਿਮਰਨ ਕਰਨ ਦੇ ਨਾਲ, ਜਿਸ ਦੀ ਯਾਦ ਵਿੱਚ ਹਿਰਦਾ ਜੋੜਨ ਸਦਕਾ, ਗਨਕਾ ਕਹਿੰਦੇ ਨੇ ਜੋ ਆਪਣੇ ਤਨ ਦਾ ਸੌਦਾ ਇਸਤਰੀ ਕਰਦੀ ਹੈ, ਦੂਜੇ ਸ਼ਬਦਾਂ 'ਚ ਵੈਸਿਆ ਕਹਿੰਦੇ, ਜੋ ਆਪਣੇ ਸਰੀਰ ਦਾ, ਆਪਣੇ ਧਰਮ ਦਾ ਸੌਦਾ ਕਰੇ, ਖਰੀਦੋ ਫਰੋਖਤ ਨਾਲ ਜਿਸ ਦਾ ਮਨ ਪਰਚਿਆ ਹੋਵੇ, ਐਸਾ ਸ਼ਖਸ ਜੇ ਮਰਦ ਹੋਵੇ ਤੇ ਉਹਨੂੰ ਵੈਸ਼ ਕਹਿੰਦੇ ਨੇ। ਵੈਸ਼ ਇੱਕ ਵਰਣ ਹੈਗਾ ਹੈ ਜੋ ਵਪਾਰ ਨਾਲ, ਕਾਰੋਬਾਰ ਨਾਲ ਜੁੜੇ ਹੋਏ ਲੋਕਾਂ ਨਾਲ ਜੋੜਿਆ ਜਾਂਦਾ ਹੈ। ਜੈਸੇ ਇਸਤਰੀ ਹੋਵੇ ਤੇ ਉਹ ਵੈਸਿਆ, ਵੈਸ਼ ਮਰਦ, ਇਸਤਰੀ ਵੈਸਿਆ। ਜਿਵੇਂ ਮਰਦ ਹੋਵੇ ਤੇ ਉਸ ਨੂੰ ਕਵੀ ਆਖਿਆ ਜਾਂਦਾ ਹੈ, ਜੋ ਕਵਿਤਾ ਰਚਦਾ ਹੈ, ਕਾਵ ਕਲਾ ਦਾ ਗਿਆਨ ਰੱਖਦਾ ਹੈ। ਤੇ ਜਿਸ ਤਰ੍ਹਾਂ ਦੇ ਮਹਾਨ ਗੁਣਾਂ ਨੂੰ ਧਾਰਨ ਵਾਲਾ ਇਸਤਰੀ ਜਾਮਾ ਹੋਵੇ, ਉਸ ਨੂੰ ਕਵਿਤਰੀ ਕਿਹਾ ਜਾਂਦਾ। ਮਰਦ ਹੋਏ ਤੇ ਕਵੀ, ਸ਼ਾਇਰ, ਇਸਤਰੀ ਹੋਵੇ ਤੇ ਕਵਿਤਰੀ, ਸ਼ਾਇਰਾ। ਬਿਲਕੁਲ ਇਸੇ ਤਰ੍ਹਾਂ ਖਰੀਦਣਾ ਹੈ, ਵੇਚਣਾ ਹੈ, ਤੇ ਆਪਣਾ ਧਰਮ ਵੀ ਵੇਚ ਦੇਣਾ, ਆਪਣਾ ਜਿਸਮ ਵੀ ਵੇਚ ਦੇਣਾ, ਇਸ ਨਾਲੋਂ ਵੱਡਾ ਹੋਰ ਪਾਪ ਨਹੀਂ ਆਉਂਦਾ। ਔਰ ਜੇ ਪੁਰਸ਼ ਹੋਵੇ ਤਾਂ ਵੈਸ਼ ਅਖਵਾਏਗਾ, ਜੇ ਇਸਤਰੀ ਹੋਵੇ ਤੇ ਫਿਰ ਵੈਸਿਆ ਅਖਵਾਏਗੀ, ਵੈਸਿਆ। ਮਹਾਰਾਜ ਜੀ ਦੇ ਬੜੇ ਗਹਿਰੇ ਬੋਲ ਹਨ। ਗਨਕਾ ਭਾਵ ਬਹੁਤੇ ਸਰੀਰਾਂ ਨਾਲ ਆਪਣੇ ਸੰਬੰਧ ਜੋੜਨ ਵਾਲੀ, ਜਿਸ ਨੂੰ ਮਹਾਪਾਪੀ ਆਖਿਆ ਜਾਂਦਾ ਹੈ।
ਭਾਈ ਸਾਹਿਬ ਭਾਈ ਗੁਰਦਾਸ ਜੀ ਦਾ ਇੱਕ ਬਚਨ ਹੈ, ਗਨਕਾ ਪਾਪਣ ਹੋਏ ਕਹਿ ਪਾਪਾਂ ਦਾ ਗਲ ਹਾਰ ਪਰੋਤਾ। ਭਾਵੇਂ ਉਸਨੇ ਸ਼ਿੰਗਾਰ ਬੜਾ ਸੋਹਣਾ ਕੀਤਾ ਹੋਇਆ, ਪਤੀਵਰਤਾ ਇਸਤਰੀ ਵਰਗਾ ਤਿਲਕ ਵੀ ਲਾਇਆ ਹੋਇਆ ਮਸਤਕ ਤੇ, ਗਲ ਵਿੱਚ ਗਹਿਣੇ ਵੀ ਪਹਿਨੇ ਹੋਏ ਤੇ ਹੀਰੇ ਜਵਾਹਰਾਤਾਂ ਦੇ ਹਾਰ ਵੀ ਪਹਿਨੇ ਹੋਏ, ਪਰ ਭਾਈ ਗੁਰਦਾਸ ਕਹਿੰਦੇ ਨੇ ਜੇ ਤੇਰਾ ਹਿਰਦਾ ਪ੍ਰਭੂ ਨਾਲ ਨਹੀਂ ਜੁੜਿਆ ਹੋਇਆ ਤੇ ਨਾਰਾਜ਼ ਨਾ ਹੋਣਾ, ਪ੍ਰਭੂ ਨਾਲ ਵੀ ਤੂੰ ਵਪਾਰ ਹੀ ਕਰਦਾ ਹੈ ਬਈ ਗੁਰੂ ਮੈਨੂੰ ਇਹ ਦੇਵੇਂ ਤੇ ਮੈਂ ਤਾਂ ਤੇਰੇ ਘਰ ਆਉਣਾ, ਜੇ ਇਹ ਨਾ ਮਿਲਿਆ ਤੇ ਫਿਰ ਮੇਰਾ ਤੇਰਾ ਨਾਤਾ ਕੋਈ ਨਹੀਂ ਰਹਿਣਾ। ਇਸ ਨੂੰ ਵੀ ਵੈਸਿਆ ਹੀ ਆਖਿਆ ਜਾਵੇਗਾ, ਵੈਸੇ ਆਖਿਆ ਜਾਵੇਗਾ। ਹਿਰਦਾ ਪ੍ਰੇਮ ਨਾਲ ਨਹੀਂ ਜੁੜਿਆ, ਪ੍ਰਭੂ ਪਿਆਰ ਨਾਲ ਨਹੀਂ ਜੁੜਿਆ, ਹਿਰਦਾ ਸੰਸਾਰ ਨਾਲ ਵਪਾਰ ਨਾਲ ਜੁੜਿਆ ਹੋਇਆ। ਤੇ ਐਸੇ ਮਨੁੱਖ ਦੇ ਗਲ ਵਿੱਚ ਭਾਈ ਗੁਰਦਾਸ ਜੀ ਦੇ ਨਜ਼ਰੀਏ ਮੁਤਾਬਕ ਜੇ ਹੀਰੇ ਜਵਾਹਰਾਤਾਂ ਦੇ ਹਾਰ ਵੀ ਹੋਵਣ ਤੇ ਉਹਨੂੰ ਹੀਰੇ ਜਵਾਹਰਾਤ ਨਾ ਸਮਝੋ, ਉਹਨੂੰ ਗੁਨਾਹ ਸਮਝੋ, ਪਾਪ ਸਮਝੋ। ਗਨਕਾ ਪਾਪਣ ਹੋਏ ਕਹਿ ਪਾਪਾਂ ਦਾ ਗਲ ਹਾਰ ਪਰੋਤਾ। ਆਪ ਸਾਰੇ ਇਸ ਗਾਥਾ ਤੋਂ ਜਾਣਕਾਰੀ ਰੱਖਦੇ ਹੋ, ਵਾਕਫੀਅਤ ਰੱਖਦੇ ਹੋ ਕਿ ਪ੍ਰਭੂ ਦੇ ਨਾਮ ਨਾਲ ਇੱਕ ਜੁੜਿਆ ਹੋਇਆ ਕੋਈ ਮਹਾਂਪੁਰਖ ਅਚਾਨਚੱਕ ਗਨਕਾ ਵਾੜੇ ਆਏ ਖਲੋਤਾ। ਭਾਈ ਗੁਰਦਾਸ ਜੀ ਦੇ ਬੋਲ ਨੇ, ਦੁਰਮਤ ਦੇਖ ਦਿਆਲ ਹੋਏ ਹੱਥੋਂ ਦਿੱਤੋ ਨੇ ਉਸ ਨੂੰ ਤੋਤਾ। ਆਖਣ ਲੱਗੇ ਐ ਪੁੱਤਰੀ ਮੇਰੇ ਕੋਲ ਹੋਰ ਤਾਂ ਕੁਛ ਨਹੀਂ, ਐ ਇੱਕ ਸੁੱਗਾ ਪੰਛੀ ਹੈਗਾ ਹੈ ਜਿਹੜਾ ਸਵੇਰੇ ਉੱਠ ਕੇ ਮੇਰੇ ਨਾਲ ਰਾਮ ਰਾਮ ਜਪਦਾ ਹੁੰਦਾ, ਇਹ ਤੂੰ ਰੱਖ ਲੈ, ਇਹ ਸਵੇਰੇ ਉੱਠ ਕੇ ਰਾਮ ਰਾਮ ਜਪੇਗਾ, ਇਸ ਨਾਲ ਤੂੰ ਵੀ ਜਪ ਲਿਆ ਕਰੀ। ਇੱਕ ਤਰ੍ਹਾਂ ਦਾ ਸਤਸੰਗ ਦੇ ਦਿੱਤਾ ਤੇ ਜਪਦਿਆਂ ਜਪਦਿਆਂ ਉਸ ਦੇ ਜੀਵਨ ਦਾ ਮਿਆਰ ਇਤਨਾ ਉੱਚਾ ਹੋਇਆ ਕਿ ਗਈ ਬੈਕੁੰਠ ਬਿਬਾਨ ਚੜ, ਨਰਕਾਂ ਵਿੱਚ ਨਾ ਖਾਧੋ ਸੁਗੋਤਾ, ਥਾਉ ਨਿਥਾਵੇਂ ਮਾਣ ਮਣੋਤਾ। ਪਰਬ੍ਰਹਮ ਪਰਮੇਸ਼ਵਰ ਦੇ ਨਾਮ ਦੀ ਬਰਕਤ ਸਦਕਾ, ਨਾਮ ਨਾਲ ਜੁੜਨ ਸਦਕਾ ਉਸ ਮਹਾਪਾਪਣ ਦਾ ਵੀ ਉਧਾਰ ਹੋ ਗਿਆ, ਕਲਿਆਣ ਹੋ ਗਿਆ ਤੇ ਬੈਕੁੰਠ ਵਿੱਚ ਨਿਵਾਸ ਬਣਿਆ। ਇਹ ਬੋਲ ਮਹਾਰਾਜ ਜੀ ਆਖਦੇ ਨੇ, ਵਡਿਆਈ ਨਾਮ ਦੀ ਹੈ। ਸੱਚ ਜਾਣਨਾ, ਨਾਮ ਤੋਂ ਬਿਨਾ ਜਿਸ ਦੇ ਹਿਰਦੇ ਵਿੱਚ ਨਾਮ ਨਾ ਹੋਵੇ, ਜੇ ਦੂਜੇ ਦੀ ਮਦਦ ਵੀ ਕਰ ਰਿਹਾ ਤੇ ਸਵਾਰਥ ਹੋਵੇਗਾ। ਜੇ ਕੋਈ ਪਰਉਪਕਾਰ ਦਾ ਕੰਮ ਵੀ ਕਰ ਰਿਹਾ ਨਾ ਤੇ ਵਿੱਚ ਸਵਾਰਥ ਹੋਵੇਗਾ, ਕਿਉਂਕਿ ਭੁੱਖਾ ਬੰਦਾ ਜੇ ਕੁਝ ਕਿਸੇ ਨੂੰ ਪਦਾਰਥ ਦੇ ਰਿਹਾ ਤੇ ਆਪਣੀ ਭੁੱਖ ਦੀ ਪੂਰਤੀ ਲਈ ਦੇ ਰਿਹਾ। ਰਜੇਵਾਂ ਕਿਵੇਂ ਮਿਲੇ? ਰਜੇਵਾਂ ਸਿਰਫ ਮਿਲਦਾ ਹੈ ਨਾਮ ਜਪਣ ਦਾ। ਮਨ ਤਨ ਤ੍ਰਿਪਤ ਹੋ ਜਾਂਦਾ, ਰੱਜ ਜਾਂਦਾ ਹੈ ਤੇ ਫਿਰ ਐਸੇ ਜੁੜਿਆ ਹੋਇਆ ਹਿਰਦਾ ਰੱਖਣ ਵਾਲੇ ਨੂੰ ਰਾਜਾ ਕਹਿੰਦੇ। ਨਾਮ ਦੀ ਬਰਕਤ ਸਦਕਾ ਮਨੁੱਖ ਵੱਡੀ ਤੋਂ ਵੱਡੀ ਕੁਰਬਾਨੀ ਦੇਣ ਤੋਂ ਵੀ ਚੁੱਕਦਾ ਨਹੀਂ। ਅੱਜ ਮਹਾਨ ਸ਼ਹੀਦ ਬੰਦ ਕਟਵਾ ਕੇ ਵੀ ਜਿਨ੍ਹਾਂ ਦਾ ਹਿਰਦਾ ਸਿੱਖੀ ਸਿਦਕ ਤੋਂ ਦੂਰ ਨਹੀਂ ਹੋਇਆ, ਭਾਈ ਸਾਹਿਬ ਭਾਈ ਮਨੀ ਸਿੰਘ ਜੀ ਦੀ ਯਾਦ ਵੀ ਇਸ ਪੁਰਬ ਨਾਲ ਜੁੜੀ ਹੋਈ ਹੈ। ਭਾਈ ਸਾਹਿਬ ਭਾਈ ਮਨੀ ਸਿੰਘ ਜੀ ਦੀ ਯਾਦ ਨੂੰ ਸਮਰਪਿਤ ਹੁੰਦਿਆਂ ਜਿਤਨੇ ਬੈਠੇ ਹੋ ਨਾ, ਸਾਰੇ ਮਿਲ ਕੇ ਇੱਕ ਜੈਕਾਰਾ ਗਜਾਓ। इतनी वड्डी शहादत, इतनी वड्डी कुर्बानी, इतना वड्डा जज्बा
ਉਹਨਾਂ ਨੂੰ ਸਤਿਗੁਰੂ ਜੀ ਕੋਲੋਂ ਅੰਮ੍ਰਿਤ ਪਾਨ ਕਰਕੇ ਜੋ ਨਾਮ ਦੀ ਦਾਤ ਝੋਲੀ 'ਚ ਪਈ ਹੈ ਉਹ ਸਦਕਾ ਹੋਇਆ। 16 ਸਾਲ ਜ਼ਿੰਦਗੀ ਦੇ ਆਪ ਸ੍ਰੀ ਦਰਬਾਰ ਸਾਹਿਬ ਜੀ ਦੇ ਹੈਡ ਗ੍ਰੰਥੀ ਰਹੇ। ਪੰਥ ਦੀਆਂ ਵੱਡੀਆਂ ਵੱਡੀਆਂ ਉਤਰਾਓ ਚੜਾਓ ਦੀਆਂ ਸਥਿਤੀਆਂ ਵਿੱਚ ਭਾਈ ਸਾਹਿਬ ਭਾਈ ਮਨੀ ਸਿੰਘ ਜੀ ਹਿਰਦਾ ਨਹੀਂ ਡੋਲਿਆ। 95 ਸਾਲ ਦੀ ਉਮਰ ਤੱਕ ਉਸ ਮਹਾਂਪੁਰਖ ਨੇ, ਉਸ ਬ੍ਰਹਮ ਗਿਆਨੀ ਨੇ, ਉਸ ਗੁਰੂ ਦਾ ਰੂਪ ਹੋਏ ਹੋਏ ਖਾਲਸਾ ਭਾਈ ਮਨੀ ਸਿੰਘ ਜੀ ਨੇ ਮਹਾਰਾਜ ਦੀ ਸੇਵਾ ਕੀਤੀ। ਸਾਰਾ ਪਰਿਵਾਰ ਉਹਨਾਂ ਦਾ, ਕੋਈ 30 ਦੇ ਕਰੀਬ ਉਹਨਾਂ ਦੇ ਪਰਿਵਾਰ ਦੀਆਂ ਸ਼ਹੀਦੀਆਂ ਨੇ। ਭਾਈ ਅਜਬ ਸਿੰਘ, ਅਜਾਇਬ ਸਿੰਘ, ਅਨਕ ਸਿੰਘ ਆਦਿਕ ਉਹਨਾਂ ਦੇ ਪਰਿਵਾਰ ਦੇ ਭਰਾਤਾ ਭਤੀਜੇ ਤੇ ਉਹਨਾਂ ਦੇ ਸੰਬੰਧੀ 30 ਦੇ ਕਰੀਬ ਨੇ ਜਿਨ੍ਹਾਂ ਦੀਆਂ ਸ਼ਹੀਦੀਆਂ ਹੋਈਆਂ। ਸਾਧ ਸੰਗਤ, ਉਹਨਾਂ ਨੇ ਆਪਣੀ ਕੁਲ ਨੂੰ ਵੀ ਨਹੀਂ ਬਚਾਇਆ। ਆਖਿਆ ਗੁਰੂ ਚਰਨਾਂ ਵਿੱਚ ਲੇਖੇ ਲੱਗ ਜਾਵੇ ਤੇ ਇਸ ਤੋਂ ਵੱਡਾ ਕੋਈ ਨਾ ਨਾਮ ਹੁੰਦਾ ਹੈ ਤੇ ਇਸ ਤੋਂ ਵੱਡਾ ਨਾ ਕੋਈ ਸਨਮਾਨ ਹੁੰਦਾ ਹੈ। ਜੀਵਨ ਦਾ ਇੱਕ ਇੱਕ ਪਲ ਉਹਨਾਂ ਨੇ ਨਾਮ ਨਾਲ ਜੁੜ ਕੇ ਗੁਰੂ ਨੂੰ ਭੇਟਾ ਕੀਤਾ ਹੈ। ਸਾਧ ਸੰਗਤ ਦੇ ਤਲਖ ਹਕੀਕਤ ਹੈ, ਜੇ ਹਿਰਦਾ ਨਾਮ ਨਾਲ ਨਹੀਂ ਜੁੜਿਆ ਹੋਇਆ ਤੇ ਸੇਵਾ ਨੂੰ ਹੀ ਪੂਰਾ ਭਾਗ ਨਹੀਂ ਲੱਗਦਾ। ਸੇਵਾ ਨੂੰ ਤਾਂ ਹੀ ਭਾਗ ਲੱਗਦਾ ਹੈ ਜੇ ਸੇਵਾ ਕਰਦਿਆਂ ਕਰਦਿਆਂ ਹਿਰਦਾ ਸਿਮਰਨ ਨਾਲ ਜੁੜਿਆ ਹੋਵੇ। ਇਸ ਗੱਲ ਨੂੰ ਆਪਣੇ ਜੀਵਨ ਵਿੱਚ ਅਪਣਾ ਲੈਣਾ ਚਾਹੀਦਾ ਹੈ ਔਰ ਇਸ ਤਰ੍ਹਾਂ ਆਪਣੇ ਜੀਵਨ ਵਿੱਚ ਧਾਰਨ ਕਰ ਲੈਣਾ ਚਾਹੀਦਾ ਹੈ ਕਿ ਸੇਵਾ ਤਾਂ ਹੀ ਸਫਲ ਹੁੰਦੀ ਹੈ ਜੇ ਹਿਰਦਾ ਨਾਮ ਨਾਲ ਜੁੜਿਆ ਜਾਵੇ, ਗੁਰੂ ਦਾ ਮਨ ਮੰਨ ਜਾਵੇ। ਤੇ ਗੁਰੂ ਦਾ ਮਨ ਤਾਂ ਹੀ ਮੰਨਦਾ ਜੇ ਸੇਵਾ ਦੇ ਨਾਲ ਸਿਮਰਨ ਹੋਵੇ। ਭਾਵੇਂ ਭਾਈ ਲਹਿਣਾ ਜੀ ਦੀ ਸੇਵਾ ਦੇਖ ਲਓ, ਫਿਰ ਬਾਬਾ ਅਮਰਦਾਸ ਜੀ ਦੀ, ਗੁਰੂ ਰਾਮਦਾਸ ਮਹਾਰਾਜ ਜੀ ਦੀ ਇਹ ਸੇਵਾ ਦੇਖੋ। ਸਿਮਰਨ ਹੋਣ ਕਰਕੇ ਇਸ ਸੇਵਾ ਨੇ ਸਵਾਮੀ ਪਦਵੀ ਤੱਕ ਪਹੁੰਚਾ ਦਿੱਤਾ ਹੈ ਸੇਵਕਾਂ ਨੂੰ। ਬਿਨਾਂ ਸਿਮਰਨ ਗੱਲ ਬਣਦੀ ਨਹੀਂ। ਫਿਰ ਮਹਾਰਾਜ ਜੀ ਦਾ ਕਿੰਨਾ ਗਹਿਰਾ ਬਚਨ ਹੈ, ਕਹਿੰਦੇ ਨੇ ਹੇ ਪ੍ਰਭੂ ਤੇਰੀ ਮਿਹਰ ਹੋਵੇ ਤੇ ਮੈਨੂੰ ਤੇਰੀ ਯਾਦ ਨਾ ਵਿਸਰੇ। ਵਿਸਰ ਨਹੀਂ ਦਾਤਾਰ ਆਪਣਾ ਨਾਮ ਦੇਹੋ, ਗੁਣ ਗਾਵਾਂ ਦਿਨ ਰਾਤ ਨਾਨਕ ਚਾਹੋ ਇਹੋ। ਮੇਰੇ ਜੀਵਨ ਦਾ ਸ਼ੌਕ ਬਣ ਜਾਏ, ਚਾਹ ਬਣ ਜਾਏ, ਮੈਂ ਬੱਧਾ ਚੱਟੀ ਨਾ ਭਰਾਂ, ਅੰਦਰ ਪ੍ਰੇਮ ਦੀ ਸਹਿਬਰ ਲੱਗ ਜਾਵੇ ਤੇ ਫਿਰ ਸੇਵਾ ਸਫਲ ਹੋ ਜਾਂਦੀ। ਸਿਮਰਨ ਦੀ ਬਰਕਤ ਬਣ ਜਾਂਦੀ ਹੈ। ਤੁਸੀਂ ਦੇਖੋ ਇਹ ਦੁਨੀਆ ਦਾ ਗਿਣਤੀ ਵਿੱਚ ਵੀ ਨਹੀਂ ਅਸੀਂ ਆ ਸਕਦੇ। 6 ਅਰਬ ਤੋਂ ਜ਼ਿਆਦਾ ਲੋਕ ਨੇ, ਸਾਡੀ ਗਿਣਤੀ ਬੜੀ ਥੋੜੀ। ਅਸੀਂ ਤਾਂ ਭਾਰਤ ਵਿੱਚ ਵੀ 2-2.5% ਹੀ ਹੈਗੇ। ਪਰ ਸੱਚ ਜਾਣਨਾ, ਜੇ ਸਾਰੀ ਦੁਨੀਆ ਦੀਆਂ ਕੁਰਬਾਨੀਆਂ ਇੱਕ ਪਾਸੇ ਰੱਖੀਏ, ਧਿਆਨ ਨਾਲ ਸੁਣਨਾ, ਪੜ੍ਹ ਲੈਣਾ, ਵਿਚਾਰ ਲੈਣਾ, ਸਾਰੀ ਦੁਨੀਆ ਦੇ ਪਰਉਪਕਾਰ ਇੱਕ ਪਾਸੇ ਰੱਖੀਏ ਤੇ ਉਹ ਸਾਰੇ 2-2.5% ਹੋਣਗੇ। ਬਾਕੀ 98% ਕੁਰਬਾਨੀਆਂ ਤੇ ਪਰਉਪਕਾਰ ਗੁਰੂ ਨਾਨਕ ਦੇ ਖਾਲਸਾ ਪੰਥ ਦਾ ਹੈ। ਤੁਸੀਂ ਇਤਿਹਾਸ ਪੜ੍ਹ ਕੇ ਦੇਖ ਲਓ, ਵਿਚਾਰ ਕੇ ਦੇਖ ਲਓ। ਇੱਕ ਦਿਨ ਮੈਂ ਪੜ੍ਹ ਰਿਹਾ ਸੀ ਰੁਚੀ ਰਾਮ ਸਾਹਨੀ ਨੂੰ, ਜਿਸ ਨੇ ਬੜੀ ਸੋਹਣੀ ਇੱਕ ਪੁਸਤਕ ਲਿਖੀ ਹੈ ਜੋ ਤੁਹਾਨੂੰ ਵੀ ਪੜ੍ਹਨੀ ਚਾਹੀਦੀ, ਜਿਸ ਵਿੱਚ ਉਹ ਬੜੇ ਗਹਿਰੇ ਰਾਜ ਖੋਲ੍ਹਦਾ ਹੈ ਸਿੱਖ ਜਗਤ ਦੇ, ਭਾਵਨਾਵਾਂ ਬਿਆਨ ਕਰਦਾ ਹੈ। ਕਹਿੰਦਾ ਸਟਰਗਲਸ ਫॉर ਰਿਫਾਰਮ ਇਨ ਸਿੱਖ ਸ਼ਰਾਈਨਸ, ਅੰਗਰੇਜ਼ੀ ਵਿੱਚ ਉਹਦੀ ਕਿਤਾਬ ਹੈਗੀ। ਉਹ ਕਹਿੰਦਾ ਕਿ
ਭਾਰਤ ਵਿੱਚ ਸੁਧਾਰ ਲਹਿਰ ਦਾ ਔਰ ਖਾਸ ਕਰਕੇ ਗੁਰਦੁਆਰਾ ਸੁਧਾਰ ਲਹਿਰ ਦਾ ਜਨਮ ਹੋਇਆ। ਇਹ ਕੁਰਬਾਨੀਆਂ ਦੇਣ ਵਾਲੇ ਤੇ ਨਿਤਨੇਮੀ ਸਿੱਖ ਹੈਗੇ ਨੇ। ਤੁਸੀਂ ਕਦੀ ਪੜ੍ਹ ਲੈਣਾ ਜੈਤੋ ਦਾ ਮੋਰਚਾ ਜਿਹੜਾ 1924 ਵਿੱਚ ਆਰੰਭ ਹੋਇਆ ਸੀ, ਜਿਸ ਵੇਲੇ ਦੇਖਿਆ ਗਿਆ ਕਿ ਮਹਾਰਾਜਾ ਰਿਪੁਦਮਨ ਸਿੰਘ ਨੂੰ ਬਿਨਾਂ ਕਾਰਨ ਗੁਰਸਿੱਖੀ ਹਿਰਦਾ ਕਰਕੇ ਰਾਜ ਗੱਦੀ ਤੋਂ ਲਾਹ ਦਿੱਤਾ ਤੇ ਸਾਰੀ ਕੌਮ ਉਹਦੇ ਨਾਲ ਹੋ ਗਈ ਸੀ। ਇਹ ਕੌਮ ਦਾ ਨਾਲ ਹੋਣਾ ਅਸਲ ਵਿੱਚ ਗੁਰੂ ਦਾ ਹੀ ਨਾਲ ਹੋਣਾ ਹੈ, ਹੋਰ ਕਿਸੇ ਦਾ ਨਾਲ ਹੋਣਾ ਨਹੀਂ। ਇਸ ਨੁਕਤੇ ਨੂੰ ਵੀ ਸਮਝਣਾ। ਤੁਸੀਂ ਪੜ੍ਹ ਕੇ ਦੇਖ ਲੈਣਾ ਸਾਰਾ ਇਤਿਹਾਸ। ਬਾਬਾ ਵਿਸਾਖਾ ਸਿੰਘ ਨੇ ਵੀ ਮਾਲਵੇ ਦਾ ਇਤਿਹਾਸ ਲਿਖਿਆ ਹੋਇਆ, ਡਾਕਟਰ ਦਲਗੀਰ ਨੇ ਲਿਖਿਆ ਹੋਇਆ, ਪੜ੍ਹ ਲੈਣਾ ਤੁਸੀਂ। ਗੱਲ ਸਮਝ ਵਿੱਚ ਆ ਜਾਏਗੀ। ਜਿੱਥੇ ਤੁਸੀਂ ਬੈਠੇ ਹੋ ਸ੍ਰੀ ਅਕਾਲ ਤਖਤ ਸਾਹਿਬ ਦੀ ਪਾਵਨ ਸਰਦਲ ਤੇ ਸੀਸ ਰੱਖ ਕੇ ਪਹਿਲੇ 25 ਸਿੱਖਾਂ ਦੇ ਜਥੇ ਜਾਂਦੇ ਰਹੇ ਤੇ ਉਹਨਾਂ ਨੂੰ ਤੋਰਨ ਵਾਲੇ 10-10 ਹਜ਼ਾਰ ਸੰਗਤਾਂ ਪਹੁੰਚਦੀਆਂ ਰਹੀਆਂ। ਫਿਰ ਦੇਖਿਆ ਵੀ 25 ਸਿੱਖਾਂ ਦੇ ਜਥੇ ਜਾਂਦੇ ਨੇ। ਅੰਗਰੇਜ਼ ਹੁਕੂਮਤ ਉਹਨਾਂ ਨੂੰ ਗ੍ਰਿਫਤਾਰ ਕਰਕੇ ਤੇ ਬੱਸਾਂ ਵਿੱਚ ਲਾਰੀਆਂ 'ਚ ਬਿਠਾ ਕੇ ਤੇ 100 200 ਮੀਲ ਦੂਰ ਜੰਗਲਾਂ ਵਿੱਚ ਛੱਡ ਆਉਂਦੇ ਨੇ। ਉਹ ਫਿਰ ਪਰਤ ਕੇ ਭੁੱਖੇ ਰਹਿੰਦੇ ਹੋਏ, ਪਿਆਸ ਸਹਿੰਦੇ ਹੋਏ ਤੇ ਪੈਦਲ ਚੱਲ ਕੇ ਫਿਰ ਅਕਾਲ ਤਖਤ ਸਾਹਿਬ ਆ ਜਾਂਦੇ। ਜੈਂਤੋ ਤੋਂ ਪਕੜਦੇ, ਗੰਗਸਰ ਅਸਥਾਨ ਹੈ ਮਹਾਰਾਜ ਜੀ ਦਾ, ਉਤੋਂ ਪਕੜਦੇ ਤੇ ਲਾਰੀਆਂ ਤੇ ਬਿਠਾ ਕੇ 200 ਮੀਲ ਦੂਰ ਜੰਗਲਾਂ ਵਿੱਚ ਛੱਡ ਆਉਂਦੇ। ਪਰ ਵਾਹਿਗੁਰੂ ਕਾ ਖਾਲਸਾ, ਜੰਗਲੀ ਜਾਨਵਰਾਂ ਦਾ ਮੁਕਾਬਲਾ ਕਰਦੇ ਹੋਏ, ਜ਼ਹਿਰੀਲੇ ਨਾਗ ਸੱਪਾਂ ਦੀਆਂ ਸਿਰੀਆਂ ਮਸਲਦੇ ਹੋਏ ਭੁੱਖਣ ਭਾਣੇ ਫਿਰ ਸ੍ਰੀ ਅਕਾਲ ਤਖਤ ਸਾਹਿਬ ਆ ਜਾਂਦੇ ਤੇ ਜਿਉਂ ਆ ਕੇ ਮੱਥਾ ਟੇਕਦੇ ਤੇ ਲੋਕੀ ਉਹਨਾਂ ਨੂੰ ਪੁੱਛਦੇ, ਬਈ ਤੁਸੀਂ ਬਹੁਤ ਥੱਕ ਕੇ ਆਏ ਹੋ, ਬੜੇ ਭੁੱਖੇ ਰਹਿ ਕੇ ਆਏ ਹੋ। ਤੇ ਉਹ ਕਹਿੰਦੇ, ਹੁਣ ਜਦੋਂ ਸ੍ਰੀ ਅਕਾਲ ਤਖਤ ਸਾਹਿਬ ਦੀ ਸਰਦਲ ਤੇ ਆਪਣਾ ਮਸਤਕ ਰੱਖਿਆ ਹੈ ਤੇ ਨਾ ਕੋਈ ਭੁੱਖ ਰਹੀ ਹੈ ਤੇ ਨਾ ਕੋਈ ਦੁੱਖ ਹੀ ਰਿਹਾ। ਸਾਨੂੰ ਬੜਾ ਆਨੰਦ ਪ੍ਰਾਪਤ ਹੋ ਰਿਹਾ। ਫਿਰ 500 ਸਿੰਘਾਂ ਦੇ ਜਥੇ ਸ੍ਰੀ ਅਕਾਲ ਤਖਤ ਸਾਹਿਬ ਤੋਂ ਰਵਾਨਾ ਹੁੰਦੇ ਰਹੇ ਤੇ ਸਾਡੀ ਕੌਮ ਦੀ ਵਾਹਿਦ ਨੁਮਾਇੰਦਾ ਜਮਾਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸਾਰਾ ਪ੍ਰਬੰਧ ਕੀਤਾ ਤੇ ਆਖਿਆ ਜੋ ਮਰਜ਼ੀ ਹੋ ਜਾਏ, ਜਿਹੜੇ ਅਖੰਡ ਪਾਠ ਜੈਤੋ ਦੇ ਮੁਕਾਮ ਅੰਗਰੇਜ਼ਾਂ ਨੇ ਖੰਡਨ ਕੀਤੇ ਨੇ, ਉਹ ਫਿਰ 100 ਪਾਠਾਂ ਦੀ ਲੜੀ ਆਰੰਭ ਕਰਾਂਗੇ। 1-2 ਖੰਡਨ ਹੋਏ ਹੋਣਗੇ, ਆਖਿਆ 100 ਦੀ ਕਰਾਂਗੇ। ਔਰ ਇਸ ਢੰਗ ਦੇ ਨਾਲ ਉਹਨਾਂ ਦਿਨਾਂ ਵਿੱਚ ਅੰਗਰੇਜ਼ ਹਾਕਮ ਦਾ ਨਾਮ ਸੀ ਵਿਲੀਅਮ ਜੌਹਨਸਟਨ, ਜਿਸ ਨੇ ਜਦ 500 ਸਿੱਖਾਂ ਦਾ ਜਥਾ ਪਹੁੰਚਿਆ ਫਰਵਰੀ 1924 ਨੂੰ ਤੇ ਉਹਨਾਂ ਨੂੰ ਅੰਧਾ ਧੁੰਦ ਗੋਲੀਆਂ ਚਲਾ ਕੇ ਤੇ ਸ਼ਹੀਦ ਕੀਤਾ ਗਿਆ। ਬਹੁਤ ਸਾਰੇ ਵਿੱਚੋਂ ਸ਼ਹੀਦ ਹੋਏ, ਬਹੁਤ ਸਾਰੇ ਗੰਭੀਰ ਜ਼ਖਮੀ ਹੋਏ, ਪਰ ਸੱਚ ਜਾਣਨਾ ਉਹਨਾਂ ਦੇ ਕੰਠ ਤੋਂ ਆਵਾਜ਼ ਇੱਕੋ ਹੀ ਆਉਂਦੀ ਰਹੀ, ਮੇਰਾ ਸਿਰ ਜਾਵੇ ਤਾਂ ਜਾਵੇ ਪਰ ਸਿੱਖੀ ਸਿਦਕ ਨਾ ਜਾਵੇ। ਉਹਨਾਂ ਨੇ ਆਪਣਾ ਜੀਵਨ ਦਾਨ ਕਰ ਦਿੱਤਾ, ਆਪਣੇ ਕੁਰਬਾਨੀ ਦੇ ਦਿੱਤੀ, ਪਰ ਗੁਰੂ ਘਰ ਜੈਤੋ ਦਾ ਮੋਰਚਾ ਸਫਲ ਹੋ ਗਿਆ, ਚਾਬੀਆਂ ਦਾ ਮੋਰਚਾ ਸਫਲ ਹੋਇਆ। ਤੇ ਸਾਧ ਸੰਗਤ ਉਹਨਾਂ ਦਿਨਾਂ ਵਿੱਚ ਮਹਾਤਮਾ ਗਾਂਧੀ ਉਸ ਵੇਲੇ ਮੌਜੂਦ ਸਨ, ਉਹ ਆਏ, ਉਹਨਾਂ ਦੇ ਨਾਲ ਹੋਰ ਵੀ ਆਏ ਤੇ ਉਚੇਚੀਆਂ ਉਹਨਾਂ ਦਿਨਾਂ 'ਚ ਵੱਧ ਤੋਂ ਵੱਧ ਟੈਲੀਗ੍ਰਾਮ ਸਿਸਟਮ ਸੀ, ਤਾਰਾਂ ਕੀਤੀਆਂ। ਜਦ ਮੋਰਚਾ ਫਤਿਹ ਹੋਇਆ
ਤੇ ਉਸਨੇ ਆਖਿਆ ਬਈ ਇਹ ਭਾਰਤ ਦੀ ਆਜ਼ਾਦੀ ਦਾ ਸਭ ਤੋਂ ਪਹਿਲਾ ਜੰਗ ਜਿੱਤਿਆ ਗਿਆ ਹੈ ਤੇ ਭਾਰਤ ਦੀ ਆਜ਼ਾਦੀ ਵਿੱਚ ਅੱਧੀ ਫਤਿਹ ਪ੍ਰਾਪਤ ਹੋ ਗਈ। ਇਹ ਨਿਤਨੇਮੀ ਨਾਮ ਜਪਣ ਵਾਲੇ ਗੁਰਸਿੱਖਾਂ ਦੀ ਕੁਰਬਾਨੀ ਕਰਕੇ ਇਹ ਗੱਲ ਕਹਿੰਦਿਆਂ ਹੋਇਆਂ ਮੈਨੂੰ ਕੋਈ ਹੈਜ਼ੀਟੇਸ਼ਨ ਨਹੀਂ ਹੈ। ਦੁਨੀਆ ਵਿੱਚ ਸਾਡੀ ਗਿਣਤੀ ਬਿਲਕੁਲ ਨਾਮ ਮਾਤਰ ਹੈ। ਭਾਰਤ ਵਿੱਚ ਅਸੀਂ 2-2.5% ਹਾਂ, ਪਰ ਬਾਕੀ ਦੀਆਂ ਕੁਰਬਾਨੀਆਂ ਵੀ ਮਹਾਨ ਨੇ। ਅਸੀਂ ਉਹਨਾਂ ਦਾ ਸਨਮਾਨ ਕਰਦੇ ਹਾਂ, ਪਰ ਅਸਲੀਅਤ ਇਹ ਹੈ ਸਾਧ ਸੰਗਤ 2-2.5% ਕੁਰਬਾਨੀਆਂ ਬਾਕੀ ਲੋਕਾਂ ਦੀਆਂ ਨੇ ਤੇ 98% 97% ਕੁਰਬਾਨੀਆਂ ਤੁਹਾਡੀਆਂ ਨੇ। ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਖਾਲਸੇ ਦੀਆਂ ਨੇ। ਉਹਨਾਂ 'ਚੋਂ ਕੋਈ ਬੰਦ ਕਟਵਾ ਰਿਹਾ ਹੈ, ਕੋਈ ਖੋਪਰੀਆਂ ਉਤਰਵਾ ਰਿਹਾ ਹੈ, ਕੋਈ ਚਰਖੜੀਆਂ ਤੇ ਚੜ੍ਹ ਰਿਹਾ ਹੈ। ਚਰਖੜੀਆਂ ਤੇ ਹੋਰ ਵੀ ਚੜ੍ਹੇ ਹੋਣਗੇ, ਪਰ ਪ੍ਰਭੂ ਪ੍ਰੇਮ ਦੇ ਗੀਤ ਗਾਉਂਦਿਆਂ ਹੋਇਆਂ ਜੇ ਕੋਈ ਚਰਖੜੀਆਂ ਤੇ ਚੜ੍ਹਿਆ ਤੇ ਉਹ ਤੁਹਾਨੂੰ ਦੇਖਿਆ ਗਿਆ। ਬਾਬਾ ਸੁਬੇਗ ਸਿੰਘ ਸ਼ਾਹਬਾਜ਼ ਸਿੰਘ ਨੂੰ ਦੇਖਿਆ ਗਿਆ। ਕਾਜ਼ੀ ਨੇ ਕਹਿ ਦਿੱਤਾ ਸੀ ਬਈ ਕੀ ਮਿਲਿਆ ਤੁਹਾਨੂੰ ਸਿੱਖੀ ਕੋਲੋਂ, ਤੂੰ ਆਪਣੀ ਕੁਲ ਬਚਾ ਲੈ। ਤੇ ਬਾਬਾ ਸੁਬੇਗ ਸਿੰਘ ਆਖਣ ਲੱਗੇ, ਭਾਈ ਸੁਬੇਗ ਸਿੰਘ, ਕਾਜ਼ੀ ਤੈਨੂੰ ਨਹੀਂ ਪਤਾ ਸਾਨੂੰ ਸਿੱਖੀ ਚੋਂ ਦਸ਼ਮੇਸ਼ ਪ੍ਰਾਪਤ ਹੋਇਆ, ਸਾਨੂੰ ਸਿੱਖੀ ਚੋਂ ਗੁਰੂ ਗ੍ਰੰਥ ਸਾਹਿਬ ਜੀ ਦਾ ਸਨਮਾਨ ਪ੍ਰਾਪਤ ਹੋਇਆ, ਸਾਨੂੰ ਸਿੱਖੀ ਚੋਂ ਨਾਮ ਪ੍ਰਾਪਤ ਹੋਇਆ। ਇਸ ਲਈ ਅਸੀਂ ਆਪਣੇ ਆਪ ਨੂੰ ਭਾਗਸ਼ਾਲੀ ਸਮਝਦੇ ਹਾਂ। ਧਨ ਘੜੀ ਧਨ ਚਰਖੜੀ ਧਨ ਨਿਆਉ ਤੁਮਾਰਾ, ਧਰਮ ਹੇਤ ਹਮ ਚੜ੍ਹੇ ਚਰਖੜੀ, ਧਨ ਵਜੂਦ ਹਮਾਰਾ। ਇਹ ਸਾਡਾ ਵਜੂਦ ਵੀ ਧਨਤਾ ਦੇ ਯੋਗ ਹੈ ਕਿ ਸਾਨੂੰ ਧਰਮ ਵਾਸਤੇ ਚਰਖੜੀ ਤੇ ਚੜ੍ਹਨਾ ਨਸੀਬ ਹੋ ਰਿਹਾ ਹੈ। ਇਸ ਤਰ੍ਹਾਂ ਦੀ ਗੱਲ ਕੌਣ ਕਰ ਸਕਦਾ ਹੈ? ਆਰੇ ਦੇ ਹੇਠਾਂ ਹੋ ਕੇ ਆਰੇ ਦੇ ਸੱਲ ਸਹਿੰਦਿਆਂ ਗੁਰੂ ਦੀ ਮਹਿਮਾ ਦੇ ਜੈਕਾਰੇ ਕੌਣ ਬੁਲਾ ਸਕਦਾ ਹੈ? ਮੈਂ ਅਰਜ਼ ਕਰਾਂ ਕੋਈ ਨਾਮ ਜਪਣ ਵਾਲਾ ਹੀ ਬੁਲਾ ਸਕਦਾ, ਬਾਕੀ ਨਹੀਂ। ਸਾਰੇ ਮਿਲ ਕੇ ਇੱਕ ਵੱਡਾ ਜੈਕਾਰਾ ਬੁਲਾਓ, ਪਤਾ ਚੱਲੇ ਤੁਸੀਂ ਮੰਜੀ ਸਾਹਿਬ ਬੈਠੇ ਹੋਏ ਹੋ। ਹੋਰ ਕੋਈ ਸੰਸਾਰ ਤੇ ਨਜ਼ਰ ਨਹੀਂ ਆਉਂਦਾ। ਇਸ ਲਈ ਮੇਰੇ ਸਾਹਿਬ ਗੁਰੂ ਤੇਗ ਬਹਾਦਰ ਜੀ ਫਰਮਾਨ ਕਰਦੇ ਨੇ, ਮਨ ਰੇ ਪ੍ਰਭ ਕੀ ਸ਼ਰਨ ਵਿਚਾਰੋ। ਅੱਜ ਦੇ ਦਿਨ ਨਾਮ ਦੇ ਦਾਤੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ 52 ਧਰਮੀ ਰਾਜਿਆਂ ਨੂੰ ਗਵਾਲੀਅਰ ਦੀ ਕੈਦ ਚੋਂ ਰਿਹਾ ਕਰਾ ਕੇ ਲਿਆਏ ਸਨ। ਆਪ ਸਾਰੇ ਵਿਦਵਾਨ ਬੈਠੇ ਹੋ। ਰਾਜਾ ਮਾਨ ਸਿੰਘ ਤੋਮਰ ਨਾਮ ਦੇ ਇੱਕ ਰਾਜੇ ਨੇ ਉਹ ਕਿਲਾ ਬਣਵਾਇਆ ਸੀ। ਫਿਰ ਮੁਗਲਾਂ ਦੇ ਹੱਥ ਆ ਗਿਆ। 300 ਫੁੱਟ ਉੱਚਾ ਹੈਗਾ ਹੈ, ਉਸ ਤੋਂ ਉੱਤੇ 30 ਫੁੱਟ ਦੀਵਾਰਾਂ ਨੇ ਤੇ ਇਸ ਤਰ੍ਹਾਂ ਇਹਨੂੰ ਬਿਖਮ ਦੁਰਗ ਕਹਿੰਦੇ ਨੇ, ਜਿੱਥੇ ਤੱਕ ਕੋਈ ਪਹੁੰਚ ਨਹੀਂ ਸਕਦਾ। ਜਿਤਨੇ ਰਾਜੇ ਮੁਗਲ ਬਾਦਸ਼ਾਹ ਨੇ ਪਕੜ ਕੇ ਇਸ ਕਿਲੇ 'ਚ ਪਾਏ ਸਨ, ਉਹ ਫਿਰ ਉਹਨਾਂ ਦੀਆਂ ਹੱਡੀਆਂ ਵੀ ਵਾਪਸ ਨਹੀਂ ਆਈਆਂ ਸਨ। ਜਿਉਂਦਿਆਂ ਤਾਂ ਕੀ ਵਾਪਸ ਆਉਣਾ ਸੀ। ਉਹਨਾਂ ਦੀ ਸਵੇਰ ਆਂਸੂਆਂ ਨਾਲ ਚੜ੍ਹਦੀ, ਉਹਨਾਂ ਦੀ ਰਾਤ ਹੰਝੂਆਂ ਵਿੱਚ ਡੁੱਬ ਜਾਂਦੀ ਸੀ। ਉਹਨਾਂ ਨੂੰ ਕੋਈ ਦਿਖਦਾ ਨਹੀਂ ਸੀ ਕਿ ਸ਼ਾਇਦ ਅਸੀਂ ਵੀ ਕਦੀ ਇਸ ਬਿਖਮ ਦੁਰਗ ਚੋਂ ਬਾਹਰ ਆਵਾਂਗੇ, ਪਰ ਉਹਨਾਂ ਨੂੰ ਪਤਾ ਨਹੀਂ ਸੀ ਕਿ ਮੇਰੀਆਂ ਪੀਰੀਆਂ ਦਾ ਮਾਲਕ ਤੇ ਮੇਰੀਆਂ ਪੀਰੀਆਂ ਦਾ ਦਾਤਾ ਅਕਾਲ ਪੁਰਖ ਦਾ ਸਿੰਘਾਸਣ ਤਖਤ ਸੰਸਾਰ ਤੇ ਪ੍ਰਗਟ ਕਰਨ ਵਾਲੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਆ ਕੇ ਸਾਨੂੰ ਕਢਾ ਕੇ ਲੈ ਜਾਣਗੇ। ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਇੱਥੇ ਪਹੁੰਚੇ ਸਨ ਤੇ ਧੰਨ ਧੰਨ ਬਾਬਾ ਬੁੱਢਾ ਸਾਹਿਬ ਜਿਹੜੇ ਗੁਰੂ ਨਾਨਕ ਦੇ ਚਰਨੀ ਲੱਗੇ ਤੇ ਫਿਰ 22 ਪਿੰਡਾਂ ਦੀ ਜਾਗੀਰ ਦੇ ਮਾਲਕ ਸਨ, ਪਰ ਮਹਾਰਾਜ ਦੇ ਚਰਨਾਂ ਤੋਂ ਸੀਸ ਨਹੀਂ ਚੁੱਕਿਆ, ਸਦਾ ਸੇਵਾ ਵਿੱਚ ਝੁਕੇ ਰਹੇ।
ਚਰਨਾਂ 'ਚ ਬੈਠੇ ਰਹੇ ਤੇ ਜੋੜਿਆਂ ਨੂੰ ਮਸਤਕ ਤੇ ਲਾਉਂਦੇ ਰਹੇ। ਬਾਬੇ ਬੁੱਢੇ ਵਰਗਾ ਸਿੱਖ ਇਸ ਲਈ ਨਹੀਂ ਲੱਭਿਆ ਜਾ ਸਕਦਾ ਕਿਉਂਕਿ ਜਿਸ ਦਾ ਸਿੱਖ ਬਾਬਾ ਬੁੱਢਾ ਬਣੇ ਨੇ ਉਸ ਗੁਰੂ ਨਾਨਕ ਵਰਗਾ ਗੁਰੂ ਵੀ ਨਹੀਂ ਲੱਭਿਆ ਜਾ ਸਕਦਾ। ਇਸ ਲਈ ਇਹ ਵਡਿਆਈਆਂ ਬਣੀਆਂ ਹੋਈਆਂ ਨੇ। ਪਰ ਨਾਨਕ ਕੇ ਘਰ ਕੇਵਲ ਨਾਮ, ਨਾਮ ਤੋਂ ਬਿਨਾਂ ਜੋ ਕੁਝ ਵੀ ਹੈ ਉਹਨੂੰ ਕੂੜੀਆਂ ਗੱਲਾਂ ਹੀ ਆਖਿਆ ਜਾ ਸਕਦਾ। ਸਿਮਰਤ ਵੇਦ ਪੁਰਾਣ ਪੁਕਾਰਨ ਪੋਥੀਆਂ, ਨਾਮ ਬਿਨਾ ਸਭ ਕੀ ਹੈ? ਕੀ ਲਿਖਿਆ ਹੋਇਆ ਪੰਕਤੀ ਵਿੱਚ? ਨਾਮ ਬਿਨਾ ਸਭ ਕੂੜ ਗੱਲ ਹੀ ਹੋਛੀਆਂ। ਇਸ ਲਈ ਨਾਮ ਦੀ ਵਡਿਆਈ ਮਹਾਰਾਜ ਪ੍ਰਗਟ ਕਰਦੇ ਨੇ। ਆਓ ਪ੍ਰੇਮ ਸਹਿਤ ਸਰਵਣ ਕਰੀਏ। ਹਾਂਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੋਰਠ ਮਹੱਲਾ ਨਾਵਾ। ਸੋਰਠ ਰਾਗ ਮਹਾਰਾਜ ਜੀ ਨੇ ਵਰਤਿਆ ਹੈ। ਇਹ ਰਾਗ ਨੂੰ ਸਮਝਣ ਵਾਲੇ ਜਾਣਦੇ ਨੇ। ਕਮਾਚ ਥਾਟ ਦਾ ਇਹ ਰਾਗ ਹੈ ਤੇ ਔੜਵ ਸੰਪੂਰਨ ਹੈ। ਇਸ ਰਾਗ ਨੂੰ ਗਾਉਣ ਦਾ ਵੇਲਾ ਰਾਤ ਦਾ ਦੂਜਾ ਪਹਿਰ ਹੈ ਜੋ ਸਾਹਿਬ ਜੀਆਂ ਨੇ ਇੱਥੇ ਵਰਤਿਆ ਹੈ। ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਬੋਲ ਹਨ। ਮਨ ਰੇ ਪ੍ਰਭ ਕੀ ਸਰਨ ਵਿਚਾਰੋ। ਐ ਮੇਰੇ ਮਨ, ਤੂੰ ਆਪਣੇ ਆਪ ਵਿੱਚ ਬਹੁਤ ਸਿਆਣਾ, ਬੜਾ ਦਾਨਾ ਹੈ, ਪਰ ਪਰਮਾਤਮਾ ਦੀ ਸ਼ਰਨ ਨਾਮ ਬਾਰੇ ਸੋਚ, ਨਾਮ ਨਾਲ ਜੁੜ ਜਾ। ਜਿਹ ਸਿਮਰਤ ਗਨਕਾ ਸੇ ਉਦਰੀ, ਤਾਕੋ ਜਸ ਉਰ ਧਾਰੋ। ਗਨਕਾ ਸੀ ਦਾ ਮਤਲਬ ਹੈ ਗਨਕਾ ਵਰਗੀਆਂ ਹੋਰ ਬਹੁਤ ਸਾਰੀਆਂ, ਇਕੱਲੀ ਗਨਕਾ ਹੀ ਨਹੀਂ, ਉਸ ਤਰ੍ਹਾਂ ਦੀਆਂ ਹੋਰ ਬੜੀਆਂ ਜੀਵਨੀਆਂ ਜੋ ਵਿਕਾਰ ਵਿੱਚ ਗਲਤਾਨ ਹੋਈਆਂ ਸਨ। ਨਾਮ ਜਪ ਕੇ ਉਹਨਾਂ ਦਾ ਕਲਿਆਣ ਹੋ ਗਿਆ। ਉਸ ਪਰਮਾਤਮਾ ਦਾ ਜਸ ਹਿਰਦੇ 'ਚ ਧਾਰਨ ਕਰੋ। ਰਹਾਉ ਅਟਲ ਭਇਓ ਧਰੂ ਜਾ ਕੈ ਸਿਮਰਨਾ। ਵਿਚਾਰਾ ਧਰੂ ਮਾਂ ਹੈ, ਪਰ ਮਾਂ ਦੇ ਕੋਲ ਦਰਖਤ ਦੀ ਛਾਂ ਵੀ ਕੋਈ ਨਹੀਂ, ਰਹਿਣ ਵਾਸਤੇ ਘਰ ਨਹੀਂ ਹੈ, ਖਾਣ ਵਾਸਤੇ ਭੋਜਨ ਨਹੀਂ ਹੈ, ਪਹਿਨਣ ਵਾਸਤੇ ਬਸਤਰ ਨਹੀਂ ਹੈ। ਜਦੋਂ ਮਾਂ ਧਰੂ ਨੂੰ ਦੇਖਦੀ ਹੈ ਤੇ ਰੋਣ ਲੱਗ ਪੈਂਦੀ। ਜਦੋਂ ਕੋਈ ਦੇਰ ਬਾਅਦ ਦੂਜੇ ਤੀਜੇ ਦਿਨ ਭੋਜਨ ਦਾ ਨਿਵਾਲਾ ਮਿਲਦਾ ਹੈ ਤੇ ਆਪਣੇ ਲਾਲ ਦੇ ਮੂੰਹ 'ਚ ਪਾ ਕੇ ਰੋਣ ਲੱਗ ਪੈਂਦੀ ਹੈ। ਤੇ ਰੋਂਦੀ ਹੋਈ ਮਾਂ ਨੂੰ ਦੇਖ ਕੇ ਧਰੂ ਦੀਆਂ ਵੀ ਚੀਖਾਂ ਨਿਕਲ ਜਾਂਦੀਆਂ। ਇੱਕ ਦਿਨ ਬਾਲਕਾਂ ਨਾਲ ਖੇਡਦਾ ਹੋਇਆ ਆਪਣੇ ਘਰ ਆ ਗਿਆ। ਪਿਤਾ ਉਤਾਨਪਾਦ ਨੇ ਆਪਣੀ ਗੋਦੀ 'ਚ ਬਿਠਾ ਲਿਆ ਤੇ ਮਤਰੇਈ ਮਾਂ ਨੇ ਥੱਪੜ ਮਾਰ ਕੇ ਬਾਹਰ ਕੱਢ ਦਿੱਤਾ। ਆਖਿਆ ਤੇਰਾ ਥਾਂ ਨਹੀਂ, ਤੇਰੀ ਜਗ੍ਹਾ ਨਹੀਂ ਹੈ। ਬਹੁਤ ਉਦਾਸ ਹੋਏ, ਬੜੇ ਰੋਏ ਤੇ ਆ ਕੇ ਆਖਿਆ ਮਾਂ ਮੇਰਾ ਵਾਕਈ ਕੋਈ ਥਾਂ ਨਹੀਂ। ਉਹ ਕੌਣ ਹੈ ਜਿਸ ਨੇ ਮਾਰਿਆ? ਮਾਂ ਨੇ ਸਮਝਾਇਆ ਮੇਰੀ ਸੱਕੀ ਛੋਟੀ ਭੈਣ ਹੈ, ਤੇਰੀ ਮਾਸੀ ਹੈ। ਉਤਾਨਪਾਦ ਤੇਰਾ ਪਿਤਾ ਹੈ, ਪਰ ਅਸੀਂ ਦੇਸ਼ ਨਿਕਾਲਾ ਹੋਇਆ, ਦਰ ਬਦਰ ਹੋਏ, ਘਰੋਂ ਕੱਢਿਆ ਹੋਇਆ। ਮੇਰਾ ਰਾਜ ਕਿਵੇਂ ਮਿਲੇਗਾ? ਕਿਸੇ ਰਾਜੇ ਨਾਲ ਮੈਂ ਗੱਲਬਾਤ ਕਰਾਂ, ਕੋਈ ਸੈਨਾ ਆਵੇ, ਹਮਲਾ ਹੋਵੇ ਤੇ ਮੇਰਾ ਰਾਜ ਵਾਪਸ ਮਿਲ ਜਾਏ। ਮਾਂ ਨੇ ਗਲ ਨਾਲ ਲਾਇਆ, ਪੁੱਤਰ ਰਾਜ ਘਰਾਣੇ ਦਾ ਖੂਨ ਹੈ ਨਾ, ਇਸ ਲਈ ਸੈਨਾ ਤੇ ਹਮਲੇ ਬਾਰੇ ਸੋਚਦਾ ਪਿਆ, ਪਰ ਤੈਨੂੰ ਇਹ ਨਹੀਂ ਪਤਾ ਰਾਜੇ ਰਾਜਿਆਂ ਦੀ ਮਦਦ ਕਰਦੇ ਨੇ, ਕੰਗਾਲਾਂ ਦੀ ਨਹੀਂ ਕਰਦੇ। ਸੈਨਾਵਾਂ ਵਾਲਿਆਂ ਦੀ ਮਦਦ ਤੇ ਆਉਂਦੀਆਂ ਨੇ, ਸਾਡੀ ਮਦਦ ਤੇ ਕੌਣ ਆਵੇਗਾ? ਇਸ ਲਈ ਇਹ ਗੱਲ ਭੁੱਲ ਜਾ, ਕਿਉਂਕਿ ਮੈਂ ਤੈਨੂੰ ਦੇਖ ਕੇ ਜਿਉਂਦੀ ਹਾਂ, ਤੈਨੂੰ ਦੇਖ ਕੇ ਸਾਹ ਲੈਂਦੀ ਹਾਂ। ਜੇ ਤੈਨੂੰ ਕੁਝ ਹੋ ਗਿਆ ਪੁੱਤਰ, ਮੈਂ ਤਾਂ ਜਿਉਂਦੇ ਹੀ ਮਰ ਜਾਣਾ। ਆਖਿਆ ਫਿਰ ਕਿਸ ਉਦਮ ਤੇ ਰਾਜ ਮਿਲੇ? ਸ਼ਤਰੂ ਤੇ ਸਭ ਹੋਵਨ ਮੀਤਾ। ਤੇ ਮਾਂ ਨੇ ਗਲ ਨਾਲ ਲਾ ਕੇ ਸਹੀ ਤਰੀਕਾ ਦੱਸ ਦਿੱਤਾ।
ਆਖਿਆ ਇਹ ਤਰੀਕਾ ਹੈ ਪਰਮੇਸ਼ਰ ਆਰਾਧੀ ਹੈ ਜਿੱਦੋਂ ਹੋਈ ਹੈ ਪਤਿਤ ਪੁਨੀਤਾ। ਪਾਰ ਬ੍ਰਹਮ ਪਰਮੇਸ਼ਵਰ ਦਾ ਨਾਮ ਜਪਣ ਨਾਲ ਰਾਜ ਮਿਲਦਾ ਹੈ। ਤੇ ਗੁਰੂ ਤੇਗ ਬਹਾਦਰ ਕਹਿੰਦੇ ਦੇਖੋ ਉਸ ਬਾਲਕ ਨੂੰ ਜਿਹਦੇ ਕੋਲ ਦਰਖਤ ਦੀ ਛਾਂ ਤੱਕ ਨਹੀਂ ਸੀ, ਆਪਣਾ ਦਰਖਤ ਵੀ ਕੋਈ ਨਹੀਂ, ਤੇ ਉਸ ਨੂੰ ਨਾਮ ਜਪਣ ਨਾਲ ਅਟਲ ਪਦਵੀ ਪ੍ਰਾਪਤ ਹੋਈ। ਅਟਲ ਪਰਮਾਤਮਾ ਹੈ ਜਿਹੜਾ ਜੁਗੋ ਜੁਗ ਅਟਲ ਹੈ, ਪਰਮਾਤਮ ਪਦਵੀ ਤੱਕ ਪਹੁੰਚਿਆ ਤੇ ਨਿਰਭੈ ਪਦਵੀ ਨੂੰ ਪ੍ਰਾਪਤ ਹੋਇਆ। ਔਰ ਨਿਰਭੈ ਪਦ ਪਾਇਆ, ਤੇ ਨਿਰਭੈ ਪਦਵੀ ਤੱਕ ਪਹੁੰਚਿਆ। ਦੁਖ ਹਰਤਾ ਇਹ ਬਿਦਕੂ ਸੁਆਮੀ। ਪੁਰਖਾ ਪਰਮਾਤਮਾ ਤਾਂ ਇਸ ਤਰ੍ਹਾਂ ਦੇ ਦੁੱਖ ਵੀ ਦੂਰ ਕਰ ਦਿੰਦਾ ਹੈ। ਜਿਨ੍ਹਾਂ ਕੋਲ ਕੁਝ ਨਹੀਂ ਹੁੰਦਾ ਉਹਨਾਂ ਦੀਆਂ ਝੋਲੀਆਂ ਭਰ ਦਿੰਦਾ ਹੈ, ਰੰਕ ਨੂੰ ਰਾਜਾ ਬਣਾ ਦਿੰਦਾ ਹੈ। ਇਸ ਲਈ ਤੂੰ ਕਿਉਂ ਭੁਲਾਇਆ ਹੋਇਆ ਹੈ? ਤੈ ਕਾਹੇ ਬਿਸਰਾਇਆ, ਤੂੰ ਕਿਉਂ ਭੁਲਾ ਛੱਡਿਆ ਹੈ? ਜਬ ਹੀ ਸਰਨ ਗਹੀ ਕਿਰਪਾ ਨਿਧ। ਚਲੋ ਇਹ ਤਾਂ ਹੋ ਗਈ ਨਾ ਬੰਦਿਆਂ ਦੀ ਗੱਲ। ਵੇਸਵਾ ਵੀ ਤਾਂ ਮਨੁੱਖ ਸੀ, ਧਰੂ ਭਾਵੇਂ ਬਾਲਕ ਸੀ ਪਰ ਇਨਸਾਨੀ ਜਾਮਾ ਸੀ। ਨਾਮ ਦੀ ਤਾਂ ਐਸੀ ਵਡਿਆਈ ਹੈ ਕਿ ਜੇ ਕਿਸੇ ਪਸ਼ੂ ਨੇ ਵੀ ਜਪ ਲਿਆ ਤੇ ਉਹ ਵੀ ਤਰ ਗਿਆ। ਇਹ ਜਿਹੜੀ ਕਥਾ ਹੈ ਨਾ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਨੇ ਲਿਖੀ, ਇਹ ਘਟਨਾ ਪਟਨਾ ਸਾਹਿਬ ਦੇ ਲਾਗੇ ਹੋਈ। ਸੱਚਖੰਡ ਤਖਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ, ਉਹਦੇ ਤੋਂ ਕੋਈ 25 ਮਿੰਟਾਂ ਦਾ ਰਸਤਾ ਹੈ। ਦਰਿਆ ਗੰਗਾ ਪਾਰ ਕਰੀਏ ਤਾਂ ਸੋਨਪੁਰ ਆ ਜਾਂਦਾ ਹੈ, ਤੇ ਉੱਥੇ ਉਹ ਜਗ੍ਹਾ ਹੈ ਜਿੱਥੇ ਹਾਥੀ ਜਿਹੜਾ ਸੀ ਗਰਾਹ ਦੇ ਜਾਲ ਵਿੱਚ ਫਸ ਗਿਆ ਸੀ, ਬਚ ਨਹੀਂ ਸੀ ਸਕਦਾ। ਮੌਤ ਦਿਖਾਈ ਪਈ ਤੇ ਪਰਮਾਤਮਾ ਨੂੰ ਯਾਦ ਕੀਤਾ। ਉਹਦੇ ਕਥਾ ਲਿਖੀ ਹੋਈ ਹੈ ਕਿ ਫੁੱਲ ਤੈਰਦਾ ਆਇਆ ਤੇ ਉਸ ਨੂੰ ਪਕੜ ਕੇ ਉੱਪਰ ਨੂੰ ਕੀਤਾ, ਹੈ ਪ੍ਰਭੂ ਮੈਨੂੰ ਬਚਾ ਲੈ। ਇਤਨਾ ਵੱਡਾ ਕਰਿਸ਼ਮਾ ਵਾਪਰਿਆ। ਜਬ ਹੀ ਸ਼ਰਨ ਗਹੀ ਕਿਰਪਾ ਨਿਧ। ਉਹ ਤਾਂ ਪਸ਼ੂ ਹੈਗਾ, ਮਨੁੱਖ ਨਹੀਂ ਹੈਗਾ, ਪਰ ਜੇ ਉਸਨੇ ਵੀ ਪਰਮਾਤਮਾ ਦੀ ਚਰਨ ਸ਼ਰਨ ਅਖਤਿਆਰ ਕੀਤੀ, ਗੱਜ ਗਰਾਹ ਤੇ ਛੁੱਟਾ। ਪਰਮਾਤਮਾ ਨੇ ਉਸ ਦੇ ਸਾਰੇ ਬੰਧਨ ਤੋੜ ਦਿੱਤੇ ਤੇ ਆਜ਼ਾਦ ਕਰਾ ਦਿਆ। ਗੱਜ ਗਰਾਹ ਤੇ ਛੂਟਾ, ਗੱਜ ਨੂੰ ਹਾਥੀ ਨੂੰ ਗਰਾਹ ਤੰਦਵੇ ਤੋਂ ਮੁਕਤ ਕਰ ਦਿੱਤਾ। ਮਹਿਮਾ ਨਾਮ ਕਹਾ ਲਓ ਵਰਣੋ। ਪਾਰ ਬ੍ਰਹਮ ਪਰਮੇਸ਼ਵਰ ਦੇ ਨਾਮ ਦੀ ਵਡਿਆਈ ਮਹਾਰਾਜ ਕਹਿੰਦੇ ਕਿੱਥੋਂ ਤੱਕ ਬਿਆਨ ਕਰੀਏ, ਭਾਵ ਨਹੀਂ ਹੋ ਸਕਦੀ। ਰਾਮ ਕਹਿਤ ਬੰਧਨ ਤੇ ਟੂਟਾ। ਬਸ ਰਾਮ ਕਹਿੰਦਿਆਂ ਹੀ ਸਾਰੇ ਬੰਧਨ ਟੁੱਟ ਗਏ। ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੀ ਝਲਕ ਮਿਲਦਿਆਂ ਹੀ ਗਵਾਲੀਅਰ ਦੇ तमाम ਕੈਦੀ ਰਾਜਿਆਂ ਦੇ ਬੰਧਨ ਟੁੱਟ ਗਏ ਤੇ ਆਜ਼ਾਦ ਹੋ ਗਏ ਹਨ। ਅਜਾਮਲ ਪਾਪੀ ਜਗ ਜਾਣੇ। ਅਤੇ ਇਟਾਵਾ ਤੇ ਕਾਨਪੁਰ ਤੋਂ ਇੱਕੋ ਜਿਹੀ ਦੂਰੀ ਹੈ, ਕੋਈ 100 ਕਿਲੋਮੀਟਰ ਹੈ। ਕਨੌਜ ਜਿਹੜਾ ਲਖਨਊ ਆਗਰਾ ਹਾਈਵੇ ਹੈ ਨਾ, ਉਤੋਂ ਲੰਘੀਏ ਤੇ ਰਸਤੇ 'ਚ ਪੈਂਦਾ ਹੈ। ਉਸ ਨਗਰ ਦਾ ਰਹਿਣ ਵਾਲਾ ਮਹਾਨ ਪ੍ਰਕਾਂਡ ਵਿਦਵਾਨ ਬ੍ਰਾਹਮਣ ਅਜਾਮਲ ਸੀ, ਪਰ ਭੈੜੀ ਸੰਗਤ ਵਿੱਚ ਪੈ ਗਿਆ, ਜੀਵਨ ਨਰਕ ਬਣ ਗਿਆ। ਤੇ ਫਿਰ ਅਖੀਰ ਤੇ 6ਵਾਂ ਪੁੱਤਰ ਪੈਦਾ ਹੋਇਆ, ਪੋਤੋ ਪੰਨਾ 7ਵਾਂ। 6ਵੇਂ ਤੋਂ ਬਾਅਦ 7ਵਾਂ ਹੋਇਆ ਤੇ 9 ਧਰਨ ਨੂੰ ਚੇਤੋ ਮਹਿਆ। ਗੁਰੂ ਦੁਆਰੇ ਜਾਏ ਕਹਿ ਗੁਰਮੁਖ ਨਾਉ ਨਾਰਾਇਣ ਕਹਿਆ। ਅੰਤ ਕਾਲ ਜਮਦੂਤ ਦੇਖ ਪੁੱਤ ਨਾਰਾਇਣ ਬੋਲੇ ਸਹਿਆ। ਡਰ ਗਿਆ ਤੇ ਆਖਿਆ ਨਾਰਾਇਣ ਮੈਨੂੰ ਬਚਾ ਲੈ, ਇਹ ਤਾਂ ਮੈਨੂੰ ਮਾਰ ਦੇਵਣਗੇ। ਤੇ ਇੱਕਦਮ ਖਿਆਲ ਆ ਗਿਆ ਇਸ ਨਾਰਾਇਣ ਨੇ ਕੀ ਬਚਾਉਣਾ, ਉਹ ਨਾਰਾਇਣ ਬਚਾਉਣ ਵਾਲਾ ਹੈ। ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਬੋਲ ਨੇ, ਏਕ ਚਿੱਤ ਜੈ ਇੱਕ ਸਿਨ ਧਿਆਇਓ, ਕਾਲ ਫਾਸ ਕੇ बीच ਨਾ ਆਇਓ। ਇੱਕ ਪਲ ਦਾ ਜਪਿਆ ਹੋਇਆ ਨਾਮ ਇਤਨੀ ਵਡਿਆਈ ਰੱਖਦਾ ਹੈ
ਕਿ ਮਨੁੱਖ ਜੰਮਣ ਮਰਨ ਤੋਂ ਮੁਕਤ ਹੋ ਜਾਂਦਾ ਹੈ। ਨਿਮਕ ਮਾਹੀ ਨਿਸਤਾਰਾ। ਇੱਕ ਅੱਖ ਦੇ ਪਲਕ ਜਿਤਨੇ ਸਮੇਂ ਵਿੱਚ ਪਾਰ ਉਤਾਰਾ ਹੋਇਆ। ਨਾਨਕ ਕਹਿਤ ਚੇਤ ਚਿੰਤਾ ਮਾਨਾ। ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਨੇ ਚਿੰਤਾਮਣੀ, ਕਹਿੰਦੇ ਨੇ ਇੱਕ ਮਣੀ ਹੁੰਦੀ ਹੈ ਜਿਹਦੇ ਕੋਲ ਹੋਵੇ ਜੋ ਚਾਹੇ ਉਹਨੂੰ ਉਹੀ ਮਿਲ ਜਾਂਦਾ ਹੈ। ਬਾਕੀ ਹੁੰਦੀ ਹੈ ਕਿ ਨਹੀਂ ਹੁੰਦੀ ਇਹ ਗੱਲ ਅਲੱਗ ਹੈ, ਪਰ ਗੁਰੂ ਦਾ ਨਾਮ ਚਿੰਤਾਮਣੀ ਹੈ। ਕਾਮ ਤੇਨ ਪਾਰ ਜਾਤ ਹਰ ਹਰ ਰੁੱਖ, ਇਹ ਨਾਮ ਹੀ ਹੈਗਾ ਹੈ ਤੇ ਇਸ ਨਾਲ ਸਭ ਬਰਕਤਾਂ ਝੋਲੀ 'ਚ ਪੈ ਜਾਂਦੀਆਂ। ਗੁਰੂ ਪਾਤਸ਼ਾਹ ਮਿਹਰਾਂ ਕਰਦੇ ਬਣ, ਬਖਸ਼ਿਸ਼ਾਂ ਨਾਲ ਝੋਲੀਆਂ ਭਰ ਦੇਣ। ਬੜੇ ਪਿਆਰ ਨਾਲ ਆਪ ਨੇ ਸਰਵਣ ਕੀਤਾ ਹੈ। ਸਭ ਦਾ ਹਾਰਦਿਕ ਤੌਰ ਤੇ ਧੰਨਵਾਦ। ਨਾਨਕ ਕਹਿਤ ਚੇਤ ਚਿੰਤਾ ਮਨ, ਤੈਂ ਪੀ ਉਤਰਹਿ ਭਾਰਾ। ਤੂੰ ਵੀ ਤਮਾਮ ਦੁੱਖਾਂ ਦੇ ਸਾਗਰ ਤੋਂ ਪਾਰ ਉਤਰ ਜਾਏਗਾ, ਐਸਾ ਸਤਿਗੁਰੂ ਜੀ ਦਾ ਫਰਮਾਨ ਹੈ। ਕੱਲ ਤੱਕ ਦਾਸ ਨੇ ਹੋਰ ਹਾਜ਼ਰੀਆਂ ਭਰਨੀਆਂ ਹਨ। ਗੁਰੂ ਪਾਤਸ਼ਾਹ ਮਿਹਰਾਂ ਕਰ ਦੇਵਣ। ਤੇ ਤੁਹਾਨੂੰ ਪਤਾ ਹੀ ਹੈ ਪੰਥ ਰਤਨ ਗੁਰਮਤਿ ਵਿਦਿਆ ਮਾਰਤੰਡ ਇਸ ਯੁੱਗ ਦੇ ਭਾਈ ਗੁਰਦਾਸ ਕਰਕੇ ਸਨਮਾਨੀ ਗਈ ਮਹਾਨ ਪਵਿੱਤਰ ਆਤਮਾ ਗਿਆਨੀ ਸੰਤ ਸਿੰਘ ਜੀ ਮਸਕੀਨ ਜੀ ਇਹਨਾਂ ਦਿਨਾਂ 'ਚ ਹਾਜ਼ਰੀਆਂ ਭਰਦੇ ਹੁੰਦੇ ਸੀ। ਤੇ ਆਖਰੀ ਦਿਨ ਜੋ ਸਾਰੇ ਦਿਨਾਂ 'ਚ ਮਾਇਆ ਕਥਾ ਦੀ ਆਉਂਦੀ ਸੀ ਉਹ ਗੁਰੂ ਰਾਮਦਾਸ ਜੀ ਦੇ ਲੰਗਰ 'ਚ ਪਾ ਦਿਆ ਕਰਦੇ ਸਨ। ਆਪ ਨੂੰ ਵੀ ਤੁਹਾਨੂੰ ਗੁਜ਼ਾਰਿਸ਼ ਹੈ ਵੀ ਕੱਲ੍ਹ ਵੀ ਆਓ ਤੇ ਨਾਲ ਮਾਇਆ ਵੀ ਲੈ ਕੇ ਆਉਣਾ। ਮਹਾਰਾਜ ਦੇ ਲੰਗਰਾਂ 'ਚ ਕਮੀ ਕੋਈ ਨਹੀਂ ਹੈ, ਉਗਰਾਹੀ ਨਹੀਂ, ਅਪੀਲ ਨਹੀਂ, ਬਸ ਇੱਕ ਭਾਵਨਾ ਹੈ। ਆਪ ਸਭ ਨੇ ਪਹੁੰਚਣਾ ਤੇ ਮਹਾਰਾਜ ਦੀਆਂ ਹਾਜ਼ਰੀਆਂ ਭਰਨੀਆਂ। ਅੱਜ ਬਹੁਤ ਸਾਰੇ ਸਮਾਗਮ ਰੱਖੇ ਗਏ ਹਨ। ਰਹਿਰਾਸ ਸਮੇਂ ਸ਼ਾਮ ਵੇਲੇ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਦਰਸ਼ਨ ਡਿਉੜੀ ਤੋਂ ਸੰਦੇਸ਼ ਤੋਂ ਬਾਅਦ ਬਹੁਤ ਵੱਡੇ ਪੱਧਰ 'ਤੇ ਦੀਪਮਾਲਾ ਤੇ ਆਤਿਸ਼ਬਾਜ਼ੀ ਦਾ ਹਰ ਸਾਲ ਦੀ ਤਰ੍ਹਾਂ ਕੌਮ ਦੀ ਵਾਹਿਦ ਨੁਮਾਇੰਦਾ ਜਮਾਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਰੱਖਿਆ ਗਿਆ ਹੈ। ਪਿਛਲਾ ਸਾਲ ਲੋਕਡਾਊਨ ਸੀ, ਸੰਗਤਾਂ ਬਹੁਤ ਘੱਟ ਸਨ। ਅੱਜ ਗੁਰੂ ਰਾਮਦਾਸ ਮਹਾਰਾਜ ਜੀ ਦੀ ਮਿਹਰ ਹੋਈ ਹੈ, ਸੰਗਤਾਂ ਦੂਰੋਂ ਦੂਰੋਂ ਪਹੁੰਚੀਆਂ ਨੇ। ਆਪ ਸਭ ਨੇ ਦਰਬਾਰ ਸਾਹਿਬ ਵੀ ਸੀਸ ਝੁਕਾਉਣਾ ਹੈ ਤੇ ਮੰਜੀ ਸਾਹਿਬ ਵੀ ਹਾਜ਼ਰੀਆਂ ਭਰਨੀਆਂ, ਮਹਾਰਾਜ ਜੀ ਦੀਆਂ ਅਸੀਸਾਂ ਪ੍ਰਾਪਤ ਕਰਨੀਆਂ ਨੇ। ਬਾਰੰਬਾਰ ਸਭ ਦਾ ਹਾਰਦਿਕ ਤੌਰ ਤੇ ਧੰਨਵਾਦ। ਭੁੱਲਾਂ ਚੁੱਕਾਂ ਦੀ ਖਿਮਾ। ਆਓ ਮਿਲ ਕੇ ਆਖਰੀ ਦੋ ਪੰਕਤੀਆਂ ਦਾ ਪਾਠ ਕਰੀਏ, ਫਿਰ ਖਿਮਾ ਪ੍ਰਾਰਥੀ ਹੋਵਾਂਗੇ। ਅਜਾਮਲ ਪਾਪੀ ਜਗ ਜਾਣੇ, ਨਿਮਖ ਮਾਹੇ ਨਿਸਤਾਰਾ। ਨਾਨਕ ਕਹਿਤ ਚੇਤ ਚਿੰਤਾ ਮਾਨਾ, ਤੈ ਭੀ ਉਤਰਹਿ ਬਾਰਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸ਼ੇਰੇ ਪੰਜਾਬ ਗੁਰਬਾਣੀ YouTube ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਤੇ ਇਸ ਤੇ ਗੁਰਬਾਣੀ ਸ਼ਬਦ ਕੀਰਤਨ ਤੇ ਇਤਿਹਾਸ ਨਾਲ ਵੱਧ ਤੋਂ ਵੱਧ ਜੁੜ ਕੇ ਆਨੰਦ ਮਾਣੋ ਤੇ ਆਪਣੀ ਜ਼ਿੰਦਗੀ ਨੂੰ ਸਫਲ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।